ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਐਂਡ ਸੈਕਸ਼ਨ ਦੇ ਵਿੱਚ ਆਪਾਂ ਕਮੈਂਟਸ ਲਵਾਂਗੇ ਐਂਡ ਗੁਰਬਾਣੀ ਵਿਚਾਰਾਂ ਹੋਣਗੀਆਂ। ਸੋ ਆਪਾਂ ਸ਼ੁਰੂ ਕਰਦੇ ਹਾਂ YouTube ਦੇ ਉੱਪਰ ਜਿਹੜੇ ਲਾਈਵ ਮੈਸੇਜ ਨੇ ਤੁਹਾਡੇ ਸਭ ਦਾ ਬਹੁਤ ਬਹੁਤ ਸ਼ੁਕਰੀਆ। ਔਰ ਜਿਨ੍ਹਾਂ ਵੀਰ ਭੈਣਾਂ ਨੇ ਸਾਨੂੰ ਫਤਿਹ ਬੁਲਾਈ ਹੈ ਜਾਂ ਖਾਲਸਾ ਜ਼ਿੰਦਾਬਾਦ ਕਿਹਾ ਉਹਨਾਂ ਨੂੰ ਆਪਾਂ ਰੈਕਗਨਾਈਜ਼ ਪਹਿਲਾਂ ਕਰਾਂਗੇ। ਸੋ ਪਾਲ ਸਿੰਘ ਗਰੇਵਾਲ, ਸ਼ਿੰਦਾ ਗਿੱਲ, ਕਿੰਗ ਜ਼ੁਲੇਨ, ਖਾਲਸਾ ਦੇਸ਼ ਪੰਜਾਬ, ਅਮਰਜੀਤ ਸਾਨੀ, ਇੰਦਰਜੀਤ ਸਿੰਘ ਸੰਧੂ, ਸੁਖਜੀਵਨ ਬੱਚੂ, ਜਸਵੀਰ ਬਰਾੜ, ਫਿਰ ਜਵਿੰਦਰ ਸਿੰਘ ਸੋਧਾ, ਰਵਿੰਦਰ ਗਿੱਲ, ਜੈ ਸ਼੍ਰੀ, ਜਤਿੰਦਰ ਸਿੰਘ, ਪ੍ਰਦੀਪ ਹੰਸ, ਫਿਰ ਅੱਗੇ ਆ ਗਿਆ ਸਾਡੇ ਕੋਲ ਹਾਂਜੀ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ, ਸਿੰਘ ਗਰਚਾ, ਸੁਖਵਿੰਦਰ ਸਿੰਘ, ਹਰਦੀਪ ਸਿੰਘ, ਗੁਰਦੇਵ ਸਿੰਘ ਐਂਡ ਫਿਰ ਇਸੇ ਤਰ੍ਹਾਂ ਸਤਨਾਮ ਸਿੰਘ, ਕਾਲਾ ਸਿੰਘ, ਸਿਮਰ ਬਰਾੜ ਰਿਕਾਰਡ, ਓਂਕਾਰ ਸਿੰਘ ਸਾਬਾ, ਫਿਰ ਲਖਵਿੰਦਰ ਸਿੰਘ ਪੰਨੂ, ਸਿੰਘ ਨਵਜੋਤ, ਫਿਰ ਹੈਗੇ ਨੇ ਸਾਡੇ ਕੋਲ ਪ੍ਰਸ਼ਾਂਤ ਸਿੰਘ, ਫਿਰ ਹੈਗੇ ਨੇ ਐਨ ਸਿੰਘ, ਕੋਨ ਸਿੰਘ, ਨਵਜੋਤ, ਪਰਮਿੰਦਰ, ਜਸਵੀਰ ਸਿੰਘ, ਨਿਹੰਗ ਸਿੰਘ ਜੀ ਐਂਡ ਜੈਦੇਸ਼ ਸਿੰਘ ਗਿੱਲ। ਸੋ ਸਭ ਨੇ ਸਾਨੂੰ ਫਤਿਹ ਬੁਲਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ ਕਿਹਾ। ਐਂਡ ਨਿਹੰਗ ਸਿੰਘ ਜੀ ਕਹਿੰਦੇ ਆਲਵੇਜ਼ ਗ੍ਰੇਟ ਐਨਾਲਿਸਿਸ, ਗ੍ਰੇਟ ਜੌਬ ਬਾਏ ਹੋਲ ਟੀਮ। ਫਿਰ ਸਾਡੇ ਕੋਲ ਮੈਸੇਜ ਹੈਗਾ ਵੇ ਹਾਂਜੀ ਸਈਦ ਇਕਬਾਲ ਜੀ ਕਹਿੰਦੇ ਨੇ ਗੋਡ ਪ੍ਰੋਟੈਕਟ ਯੂ ਐਂਡ ਸਿਸਟਰ ਕੀਪ ਅਸ ਇਨਫੋਰਮਡ। ਫਿਰ ਸਿੰਘ ਨਵਜੋਤ ਕਹਿੰਦੇ ਨੇ ਸਾਰੇ ਮਸਲਿਆਂ ਦਾ ਹੱਲ ਖਾਲਿਸਤਾਨ। ਫਿਰ ਇਸੇ ਤਰ੍ਹਾਂ ਮੈਸੇਜ ਹੈਗਾ ਸਾਡੇ ਕੋਲ ਆਗਾ ਗੁਲ ਜੀ ਦਾ। ਇਹ ਕਹਿੰਦੇ ਡਾਕਟਰ ਅਮਰਜੀਤ ਸਿੰਘ ਐਂਡ ਆਵਰ ਬਿਊਟੀਫੁਲ ਸਿਸਟਰ ਕੋਰ ਵੀ ਸੈਂਡ ਯੂ ਲਵ ਫਰੋਮ ਪਾਕਿਸਤਾਨ, ਜ਼ਿੰਦਾਬਾਦ ਐਂਡ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਐਂਡ ਥੈਂਕਸ ਫॉर ਪ੍ਰੇਇੰਗ ਫॉर ਇਮਰਾਨ ਖਾਨ ਐਂਡ 10,000 ਮਿਸਿੰਗ ਪਰਸਨਸ। ਫਿਰ ਉਹਨਾਂ ਦਾ ਮੈਸੇਜ ਹੈ ਬਹੁਤ ਸ਼ੁਕਰੀਆ ਆਗਾ ਗੁਲ ਜੀ ਤੁਹਾਡੇ ਇਹਨਾਂ ਪਿਆਰੇ ਲਫ਼ਜ਼ਾਂ ਲਈ। ਹਾਂਜੀ ਸੋ ਕੀਪ ਪ੍ਰੇਇੰਗ ਐਂਡ ਸਟੈਂਡ ਅਪ ਫॉर ਪਾਕਿਸਤਾਨ ਐਂਡ ਖਾਲਿਸਤਾਨ ਜ਼ਿੰਦਾਬਾਦ ਉਹਨਾਂ ਨੇ ਕਿਹਾ। ਐਂਡ ਇਸੇ ਤਰ੍ਹਾਂ ਮੈਸੇਜ ਹੈਗਾ ਮੈਂ ਦੇਖ ਰਹੀ ਸੀ ਹਾਂਜੀ ਸਤਨਾਮ ਢਿੱਲੋਂ ਮੇਰੇ ਖਿਆਲ ਨਾਲ ਥੋੜ੍ਹਾ ਜਾਂ ਲਿਖਣ ਚ ਇਹਨਾਂ ਨੂੰ ਉਹ ਹੈਗਾ ਮੇਰੇ ਖਿਆਲ 'ਚ ਸਿੰਘ ਦੇ ਥਾਣੇ ਵਿੱਚ ਵੜੇ ਕੁਝ ਲੱਕੜ ਬਈਆਂ ਤੋਂ ਵੀ ਸਾਵਧਾਨ ਰਹਿਣ ਦੀ ਲੋੜ ਹੈ ਅਤੇ ਸਿੱਖਾਂ ਦਾ ਲਕਸ਼ ਇੱਕ ਹੋਣਾ ਚਾਹੀਦਾ, ਉਸ ਤੋਂ ਘੱਟ ਕੁਝ ਨਹੀਂ ਹੋਣਾ ਚਾਹੀਦਾ, ਬਾਕੀ ਜੋ ਅਕਾਲ ਪੁਰਖ ਦੀ ਮਰਜ਼ੀ ਹੈ। ਬਿਲਕੁਲ ਬਿਲਕੁਲ ਹਾਂਜੀ। ਇੱਕ ਹੋਰ ਮੈਸੇਜ ਹੈ ਹਾਂਜੀ 610 ਕਹਿੰਦੇ ਨੇ ਕਿ ਸੌਫਟ ਟਾਰਗੇਟ ਵਾਜ਼ ਬਾਏ ਬ੍ਰਾਇਨ ਮੈਕਡ੍ਰਿਊ ਐਂਡ ਜ਼ੁਹੇਰ ਕਸ਼ਮੀਰੀ। ਹਾਂਜੀ ਇਹਨਾਂ ਨੇ ਲਿਖੀ ਹੈ ਬੁੱਕ ਤੇ ਮੇਰੇ ਖਿਆਲ ਚ ਸੌਫਟ ਟਾਰਗੇਟ ਹਾਂਜੀ ਤੇ ਮੇਰੇ ਕੋਲ ਸਾਰੇ ਮੈਸੇਜ ਡਨ ਨੇ। ਹੁਣ ਤੁਸੀਂ ਦੇਖੋ ਹਾਂਜੀ ਫੇਸਬੁੱਕ ਦੇ ਉੱਤੇ ਜਿਹੜਾ ਦਵਿੰਦਰ ਸੰਧੂ ਕਹਿੰਦੇ ਨੇ ਭਾਰਤ ਮਾਤਾ ਅਮਰੀਕਾ ਦੇ ਪੈਰਾਂ ਵਿੱਚ ਝੁਕਣਾ ਸ਼ੁਰੂ ਹੋ ਗਈ ਹੈ। ਝੁਕਣਾ ਇਹਨੇ ਲੰਮੀ ਪਈ ਹੋਈ ਹੈ। ਰਾਜਵਿੰਦਰ ਸਿੰਘ, ਮੁਹੰਮਦ ਅਨਵਰ, ਜਸਬੀਰ ਸਿੰਘ, ਹਰਿੰਦਰ ਮੱਲੀ, ਹਰਮਿੰਦਰ ਸਿੰਘ, ਜਸਬੀਰ ਸਿੰਘ, ਪ੍ਰਭਦਿਆਲ ਸਿੰਘ, ਲਖਬੀਰ ਰੰਗੜ ਔਰ ਹਰਿੰਦਰ ਮੱਲੀ, ਉਹਨਾਂ ਸਾਰਿਆਂ ਨੇ ਕੰਪਲੀਮੈਂਟ ਕੀਤਾ ਹੈ। ਗ੍ਰੇਟ ਸ਼ੋਜ਼ ਜਾਂ ਫਤਿਹ ਜਾਂ ਖਾਲਿਸਤਾਨ ਜ਼ਿੰਦਾਬਾਦ। ਕਿਰਪਾਲ ਸਿੰਘ ਚੀਮਾ ਲਿਖਦੇ ਨੇ ਸੱਚੀ ਸਰਕਾਰ ਤੇ ਝੂਠੀ ਸਰਕਾਰ। ਅੱਜ ਦੀਆਂ ਜ਼ਿਆਦਾਤਰ ਸਰਕਾਰਾਂ ਵਪਾਰੀਆਂ, ਨੌਕਰਸ਼ਾਹੀਆਂ ਅਤੇ ਅਫਸਰਸ਼ਾਹੀਆਂ ਦੇ ਰੂਪ ਵਿੱਚ ਵੱਖ-ਵੱਖ ਟੈਗਾਂ ਵਾਲੀ ਇੱਕ ਅਮੀਰ ਲੋਕਾਂ ਦੀ ਲੋਕਤੰਤਰ ਦੇ ਰੂਪ ਵਿੱਚ ਬਣਾਈ ਇੱਕ ਪ੍ਰਾਈਵੇਟ ਲਿਮਟਿਡ ਸੰਸਥਾ ਹੈ। ਜਦੋਂ ਤੱਕ ਤੁਸੀਂ ਗੁਰੂ ਦੇ ਮਨੁੱਖੀ ਨਿਆਂ ਅਤੇ ਸਰਬੱਤ ਦੇ ਭਲੇ ਵਾਸਤੇ ਤਿਆਰ ਕੀਤੇ ਖੰਡੇ ਦੇ ਨਿਸ਼ਾਨ ਹੇਠ ਇਕੱਠੇ ਨਹੀਂ ਹੋ ਜਾਂਦੇ, ਤੁਹਾਡੀ ਜਿੱਤ ਸੰਭਵ ਨਹੀਂ ਹੈ ਭਾਈ। ਤੁਹਾਡੀ ਫਤਹ ਦੀ ਪਹਿਲੀ ਤੇ ਆਖਰੀ ਸ਼ਰਤ ਇਹ ਹੈ ਕਿ ਗੁਰੂ ਪਾਤਸ਼ਾਹ 'ਤੇ ਦ੍ਰਿੜ ਭਰੋਸਾ ਤੇ ਹੁਕਮ ਮੰਨ ਕੇ ਤਿਆਰ ਬਰ ਤਿਆਰ ਸਿੱਖੀ ਸਰੂਪ ਵਿੱਚ ਖਾਲਸਾ ਫੌਜ ਦਾ ਹਿੱਸਾ ਬਣ ਕੇ ਰਾਜ ਭਾਗ ਦੇ ਮਾਲਕ ਬਣੋ ਭਾਈ। ਬਾਕੀ ਫੈਸਲਾ ਤੁਸੀਂ ਕਰ ਲਓ, ਆਜ਼ਾਦੀ ਜਾਂ ਗੁਲਾਮੀ। ਬਹੁਤ ਬਹੁਤ ਸ਼ੁਕਰੀਆ ਚੀਮਾ ਸਾਹਿਬ, ਤੁਹਾਡੇ ਨਗੇਟਸ ਆਫ ਵਿਜ਼ਡਮ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਸਮਝਣ ਦੀ ਵੀ ਕੋਸ਼ਿਸ਼ ਕਰਦੇ ਹਾਂ ਔਰ ਅਸੀਂ ਸਮਝਦੇ ਹਾਂ ਵੀ ਤੁਸੀਂ ਇੱਕ ਜਿਹੜੀ ਰੂਹਾਨੀ ਹਕੀਕਤ ਹੈ ਉਸ ਨੂੰ ਵੀ ਤੁਸੀਂ ਬਿਆਨ ਦਿਓ। ਔਰ ਰਾਜਵਿੰਦਰ ਸਿੰਘ, ਮੁਹੰਮਦ ਅਨਵਰ, ਸੋਹਣ ਸਿੰਘ, ਮਾਇਰ, ਦੀਪ ਸਿੰਘ, ਇਹਨਾਂ ਸਾਰਿਆਂ ਦੀ ਫਤਿਹ ਹੈ ਜਾਂ ਫਰੀ ਖਾਲਿਸਤਾਨ, ਫਰੀ ਕਸ਼ਮੀਰ। ਔਰ ਰਾਜਵਿੰਦਰ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ ਇਫ ਭਾਰਤ ਮੈਟਰਸ ਟੂ ਦਿਸ ਟੈਰਰਿਸਟ ਸ਼ੈਤਾਨ ਸ਼ੰਕਰ ਵਾਈ ਹਿਜ਼ ਕਿਡਸ ਆਰ ਸੈਟਲਡ ਇਨ US। ਇਹਦੇ ਬੱਚੇ ਇੱਥੇ ਹੋਣਗੇ ਵੀ ਇੱਥੇ ਕਿਉਂ ਰਹਿੰਦੇ ਨੇ
these terrorists can't even make their country worth living for themselves either ਕਿ ਭਾਈ ਇਹ ਤਾਂ ਆਪਣੇ ਰਹਿਣ ਦੇਣਾ ਦੇ ਕਾਬਲ ਨਹੀਂ ਔਰ ਉਹਨੂੰ ਤੁਸੀਂ ਕਹੀ ਜਾਓ ਜੀ ਰਮਾਇਣ ਇਨਸਪਾਇਰਡ ਉਹ ਜਿਹੜੀ ਉਹਨੇ ਕਿਤਾਬ ਵੀ ਕਹੀ ਹੈ ਜੀ ਮੈਂ ਰਮਾਇਣ ਤੋਂ ਇਨਸਪਾਇਰ ਹੋਇਆ ਸੋ ਹੁਣ ਅਸੀਂ ਕਲੋਜ਼ਿੰਗ ਵੱਲ ਵੱਧ ਰਹੇ ਜੀ ਔਰ ਨਗੇਟਸ ਆਫ ਵਿਜ਼ਡਮ ਜਦੋਂ ਕਿਹਾ ਜਾਂਦਾ ਹੈ ਨਗੇਟਸ ਆਫ ਸਪਿਰਿਚੁਅਲਿਟੀ ਨਗੇਟ ਐਕਚੁਅਲੀ ਉਹ ਸੋਨੇ ਦੇ ਛੋਟੇ ਟੁਕੜੇ ਹੁੰਦੇ ਨੇ ਜਿਹੜੇ ਤੁਹਾਨੂੰ ਦੱਸ ਰਹੇ ਹੁੰਦੇ ਨੇ ਕਿ ਭਾਈ ਉਹਨਾਂ ਦੇ ਵਿੱਚ ਕਿੰਨੀ ਚਮਕ ਹੈ ਸੋ ਜਦੋਂ ਅਸੀਂ ਨਗੇਟਸ ਆਫ ਸਪਿਰਿਚੁਅਲਿਟੀ ਕਹਿੰਦੇ ਤੇ ਇਹ ਰੂਹਾਨੀਅਤ ਦੀ ਦੁਨੀਆ ਦਾ ਤੋਹਫਾ ਹੈ ਜਿਹੜਾ ਸਾਨੂੰ ਯਾਦ ਦਹਾਨੀ ਕਰਵਾਉਂਦਾ ਹੈ ਕਿ ਜ਼ਿੰਦਗੀ ਦੀ ਹਕੀਕਤ ਕੀ ਹੈ ਬਿਲਕੁਲ ਮਹੱਲਾ ਤੀਜਾ ਗੁਰ ਸਭਾ ਏਵ ਨਾ ਪਾਈ ਹੈ ਨਾ ਨੇੜੇ ਨਾ ਦੂਰ ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਰਹੇ ਹਦੂਰ ਮਹੱਲਾ ਜ਼ਾਹਰ ਹੈ ਕਿ ਇਸ ਗੱਲ ਦਾ ਲਖਾਇਕ ਹੈ ਕਿ ਕਿਹੜੇ ਗੁਰੂ ਸਾਹਿਬ ਦੀ ਇਹ ਰਚਨਾ ਹੈ ਬਿਲਕੁਲ ਸੋ ਮਹੱਲਾ ਤੀਜਾ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਇਹ ਸ਼ਲੋਕ ਹੈ ਔਰ ਮੋਸਟਲੀ ਜਿਹੜਾ ਫਾਰਮੈਟ ਹੁੰਦਾ ਹੈ ਸ਼ਲੋਕ ਤੋਂ ਬਾਅਦ ਪੌੜੀ ਜਿਹੜੀ ਹੈ ਉਹ ਉਸੇ ਹੀ ਥਾਟ ਨੂੰ ਰੀਇਨਫੋਰਸ ਕਰਦੀ ਹੈ ਜਿਹੜੀ ਸ਼ਲੋਕ ਦੇ ਵਿੱਚ ਹੁੰਦੀ ਹੈ ਅੱਛਾ ਕਿ ਭਾਈ ਜਿਹੜੀ ਗੁਰੂ ਦੀ ਨੇੜਤਾ ਹੈ ਗੁਰਸਭਾ ਸਭਾ ਅਸੀਂ ਮੀਟਿੰਗ ਨੂੰ ਵੀ ਕਹਿੰਦੇ ਹਾਂ ਰਾਇਲ ਅਸੈਂਬਲੀ ਨੂੰ ਵੀ ਕਹਿੰਦੇ ਹਾਂ ਕਿ ਗੁਰੂ ਦੀ ਨੇੜਤਾ ਕੁਰਬਤ ਗੁਰਸਭਾ ਏਵ ਨਾ ਪਾਈ ਹੈ ਨਾ ਨੇੜੇ ਨਾ ਦੂਰ ਕੋਈ ਇਹ ਸਮਝੇ ਕਿ ਕੋਈ ਨੇੜੇ ਢੁੱਕ ਕੇ ਬਹਿ ਗਿਆ ਕਿ ਉਹ ਨੇੜੇ ਹੋ ਗਿਆ ਇਵੇਂ ਵੀ ਨਹੀਂ ਹੈ ਤੇ ਕੋਈ ਦੂਰ ਬੈਠਾ ਇਵੇਂ ਹੋਏ ਕਿ ਉਹ ਇਵੇਂ ਵੀ ਨਹੀਂ ਹੈ ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਰਹਿ ਹਦੂਰ ਅੱਛਾ ਹੁਣ ਜਦੋਂ ਅਸੀਂ ਹਜ਼ੂਰ ਲਫ਼ਜ਼ ਵੀ ਕਹਿੰਦੇ ਹਾਂ ਹਦੂਰੀ ਹਜ਼ੂਰੀ ਮਤਲਬ ਕਿ ਮਨ ਸਾਡਾ ਗੁਰੂ ਦੇ ਨਾਲ ਜੁੜਿਆ ਹੋਣਾ ਚਾਹੀਦਾ ਹੈ ਤੇ ਜਦੋਂ ਅਸੀਂ ਗੁਰੂ ਦੀ ਗੱਲ ਕਰਦੇ ਹਾਂ ਗੁਰਮੂਰਤ ਗੁਰ ਸ਼ਬਦ ਹੈ ਸਤਿਗੁਰ ਦੀਆ ਬੁਝਾਏ ਜੀਓ ਹੁਣ ਹਜ਼ੂਰ ਮਨ ਦਾ ਰਹਿਣਾ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੇ ਬੜਾ ਖੂਬਸੂਰਤ ਜਿਹੜੀ ਹੈ ਉਹ ਨਮਾਜ਼ ਦੇ ਉੱਤੇ ਉਹਨਾਂ ਨੇ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਜੀਵਨ 'ਚ ਅਸੀਂ ਇੱਕ ਘਟਨਾ ਦੇਖਦੇ ਹਾਂ ਕਿ ਜਦੋਂ ਉਹ ਲਗਭਗ 29 ਸਾਲ ਦੀ ਉਮਰ 'ਚ ਵੇਈਂ 'ਚ ਜਾਂਦੇ ਨੇ 48 ਘੰਟੇ ਬਾਅਦ ਜਦੋਂ ਵਾਪਸ ਪ੍ਰਗਟ ਹੁੰਦੇ ਨੇ ਔਰ ਇਹ ਮੈਸੇਜ ਦਿੰਦੇ ਨੇ ਨਾ ਕੋਈ ਹਿੰਦੂ ਨਾ ਮੁਸਲਮਾਨ ਤੇ ਫਿਰ ਇਤਰਾਜ਼ ਕੀਤਾ ਜਾਂਦਾ ਉਹਨਾਂ ਨੇ ਕਿਹਾ ਜੀ ਜੇ ਤੁਹਾਡੇ 'ਚ ਜਿਹੜਾ ਹੈ ਉਹ ਫਰਕ ਹੀ ਨਹੀਂ ਹੈ ਮੁਸਲਮਾਨ ਔਰ ਹਿੰਦੂ 'ਚ ਤਾਂ ਚਲੋ ਮਸੀਤੇ ਚੜ੍ਹ ਕੇ ਨਮਾਜ਼ ਪੜ੍ਹੋ ਔਰ ਉਹ ਅੱਜ ਵੀ ਉਹ ਮਸਜਿਦ ਨੂੰ ਹਾਲਾਂ ਹੁਣ ਤਾਂ ਉਹਦੇ ਇੱਕ ਹਿੱਸੇ ਨੂੰ ਥਾਣੇ 'ਚ ਕਨਵਰਟ ਕੀਤਾ ਹੋਇਆ ਸੀ ਮੈਂ ਉਸ ਗੁਰਦੁਆਰਾ ਸਾਹਿਬ ਦੇ ਦੀਦਾਰ ਵੀ ਕੀਤੇ ਹੋਏ ਨੇ ਉਸ ਮਸਜਿਦ ਨੂੰ ਗੁਰੂ ਸਾਹਿਬ ਜਿਹੜੇ ਨੇ ਉੱਥੇ ਜਾਂਦੇ ਨੇ ਔਰ ਇਹ ਜਿਵੇਂ ਸਾਡੇ ਜਿਹੜੇ ਕਥਾਨਾਂਕ ਨੇ ਉਹਨਾਂ 'ਚ ਅੰਕਿਤ ਹੈ ਕਿ ਕਾਜ਼ੀ ਵੀ ਹੈ ਉਹਦੇ 'ਚ ਜਿਹੜਾ ਰਾਇਲ ਸੁਲਤਾਨਪੁਰ ਲੋਧੀ ਦਾ ਨਵਾਬ ਵੀ ਹੈ ਦੌਲਤ ਖਾਨ ਲੋਧੀ ਵੀ ਔਰ ਉਹ ਆਪਣਾ ਨਮਾਜ਼ ਜਿਵੇਂ ਸਿਜਦਾ ਕੀਤਾ ਜਾਂਦਾ ਹੈ ਫਿਰ ਖੜਾ ਹੁੰਦੇ ਨੇ ਤੇ ਗੁਰੂ ਸਾਹਿਬ ਚੁੱਪਚਾਪ ਇੱਕ ਪਾਸੇ ਉਹ ਸਫ਼ ਦੇ ਵਿੱਚ ਤਾਂ ਖਲੋਤੇ ਨੇ ਪਰ ਨਾ ਉਹ ਸਿਜਦੇ 'ਚ ਝੁਕਦੇ ਨੇ ਨਾ ਉਵੇਂ ਹੀ ਖੜੇ ਨੇ ਔਰ ਬਾਅਦ 'ਚ ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਤਾਂ ਤੋਹੀਨ ਕੀਤੀ ਹੈ ਤੇ ਉਹ ਗੁਰੂ ਸਾਹਿਬ ਨੇ ਕਿਹਾ ਕਿ ਜੀ ਮੈਂ ਕਿਵੇਂ ਤੋਹੀਨ ਕੀਤੀ ਹੈ ਉਹਨੇ ਕਿਹਾ ਜੀ ਤੁਸੀਂ ਨਾ ਸਿਜਦੇ 'ਚ ਝੁਕੇ ਨਾ ਉਵੇਂ ਹੋਇਆ ਉਹ ਕਹਿੰਦੇ ਜੀ ਮੈਂ ਕਿਹਦੇ ਨਾਲ ਨਮਾਜ਼ ਪੜ੍ਹਦਾ ਉਹਨੇ ਕਿਹਾ ਜੀ ਨਵਾਬ ਸਾਹਿਬ ਕਹਿੰਦੇ ਜੀ ਮੈਂ ਅੱਗੇ ਸੀ ਉਹਨਾਂ ਨੇ ਕਿਹਾ ਵੀ ਨਵਾਬ ਸਾਹਿਬ ਤੁਹਾਡਾ ਤਾਂ ਧਿਆਨ ਸੀ ਕਿ ਤੁਸੀਂ ਘੋੜੇ ਖਰੀਦਣ ਭੇਜਿਆ ਹੋਇਆ ਆਪਣੇ ਖਾਸ ਬੰਦੇ ਨੂੰ ਵੀ ਚੰਗੀ ਨਸਲ ਦੇ ਲਿਆਏ ਤੇ ਕਾਜ਼ੀ ਨੂੰ ਕਿਹਾ ਵੀ ਤੈਨੂੰ ਤਾਂ ਇਹੀ ਫਿਕਰ ਸੀ ਵੀ ਤੇਰੀ ਘੋੜੀ ਸੂਈ ਹੋਈ ਹੈ ਤੇ ਉਹ ਵਿਛੜਾ ਨਾ ਡਿੱਗ ਪਏ ਉਹਦੇ 'ਚ ਜਿਹੜਾ ਹੁਣ ਅਸੀਂ ਤਾਂ ਇੱਥੇ ਕੁ ਰੁਕ ਜਾਂਦੇ ਹਾਂ ਕਿ ਜੀ ਵਾਹ 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 ਗੁਰੂ ਨਾਨਕ ਸਾਹਿਬ ਅੰਤਰਜਾਮੀ ਉਹਨਾਂ ਨੇ ਬੁੱਝ ਲਿਆ ਨਵਾਬ ਦੇ ਅੰਦਰ ਕੀ ਚੱਲ ਰਿਹਾ ਤਾਂ ਭਾਈ ਵੀਰ ਸਿੰਘ ਯਾਦ ਦਹਾਨੀ ਕਰਾਉਂਦੇ ਨੇ ਉਹਨਾਂ ਨੇ ਕਿਹਾ ਵੀ ਨਹੀਂ ਇਹ ਉਹਨਾਂ ਦੇ ਲਈ ਤਾਂ ਕੀ ਸੀ ਮੈਸੇਜ ਕੀ ਨਹੀਂ ਸੀ ਇਹ ਸਾਡੇ ਲਈ ਮੈਸੇਜ ਹੈ ਹਾਜ਼ਰੀ ਦੀ ਨਮਾਜ਼ ਬਿਲਕੁਲ ਕਿ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਪਾਠ ਕਰਦੇ ਹਾਂ ਕਿ ਸਾਡਾ ਮਨ ਵੀ ਕੋਈ ਘੋੜੇ ਤਾਂ ਨਹੀਂ ਖਰੀਦਦਾ ਜਾਂ ਕੋਈ ਜਿਹੜਾ ਉਹ ਕੁਝ ਹੋਰ ਤਾਂ ਨਹੀਂ ਕਰਦਾ ਕਿ ਸੱਚਮੁੱਚ ਅਸੀਂ ਹਾਜ਼ਰ ਹੁੰਦੇ ਔਰ ਇਹ ਜਦੋਂ ਮੈਂ ਗੁਰੂ ਅਮਰਦਾਸ ਜੀ ਦੇ ਇਸ ਸ਼ਲੋਕ ਨੂੰ ਦੇਖਦਾ ਤੇ ਇਹੀ ਹੈ ਕਿ ਗੁਰਸਭਾ ਏਵ ਨਾ ਪਾਈ ਹੈ ਨਾ ਨੇੜੇ ਨਾ ਦੂਰ ਤੁਸੀਂ ਅੱਖਾਂ ਬੰਦ ਕੀਤੀਆਂ ਹੱਥ ਤੁਹਾਡੇ ਜੁੜੇ ਨੇ ਤੁਸੀਂ ਕਿੰਨਾ ਮਹਾਰਾਜ ਦੇ ਸਰੂਪ ਦੇ ਨੇੜੇ ਖੜੇ ਹੋ ਇਹ ਮੈਟਰ ਨਹੀਂ ਕਰਦਾ ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਰਹਿ ਹਦੂਰ ਮਨ ਦਾ ਕਰੀਬੀ ਹੋਣਾ ਹਜ਼ੂਰੀ 'ਚ ਜੁੜਨਾ ਔਰ ਫਿਰ ਪੌੜੀ ਕਿ ਭਾਈ ਉਹ ਵਾਹਿਗੁਰੂ ਕੀ ਹੈ ਜਿਹਦੇ ਮਨ ਨੇ ਜਿਹਦੇ ਹਜ਼ੂਰ ਰਹਿਣਾ
ਸਪਤ ਦੀਪ ਸਪਤ ਸਾਗਰਾ ਨਵਖੰਡ ਚਾਰ ਵੇਦ 10 ਅਸ਼ਟ ਪੁਰਾਣਾ ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਭਾਣਾ ਸਭ ਤੁਝੇ ਧਿਆਵੇਂ ਜੀ ਜੰਤ ਹਰ ਸਾਰੰਗ ਪਾਣਾ ਜੋ ਗੁਰਮੁਖ ਹਰ ਅਰਾਧ ਦੇ ਤਿਨ ਕੋ ਕੁਰਬਾਨਾ ਤੂੰ ਆਪੇ ਆਪ ਵਰਤਦਾ ਕਰ ਚੋਜ ਵਡਾਣਾ। ਹੁਣ ਇਹ ਜਿਹੜੀ ਇਸ ਧਰਤੀ ਦੀ ਵੰਡ ਹੈ ਉਸ ਪੀਰੀਅਡ ਦੇ ਜਿਹੜੇ ਫੇਥ ਵਿਸ਼ਵਾਸ ਸੀ, ਹੁਣ ਅੱਜ ਤਾਂ ਹੁਣ 200 ਦੇ ਕਰੀਬ ਨੇਸ਼ਨ ਸਟੇਟਸ ਨੇ, 193 ਮੈਂਬਰ ਨੇ UN ਦੀਆਂ, ਸਮੁੰਦਰ ਵੀ ਅਸੀਂ ਗਿਣਦੇ ਹਾਂ। ਉਦੋਂ ਵੀ ਕਿਹਾ ਜਾਂਦਾ ਸੀ ਕਿ 7 ਸਮੁੰਦਰੋਂ ਪਾਰ, ਕਿਉਂਕਿ 7 ਸਮੁੰਦਰ ਮੰਨੇ ਜਾਂਦੇ ਸੀ। ਹੁਣ ਔਰ ਉਸ ਦੇ ਵਿੱਚ ਹੈ ਕਿ ਸਪਤ ਦੀਪ ਦੀਪ ਨੇ ਕਿ 7 ਪਾਰਟ ਜਿਹੜੇ ਦੁਨੀਆ ਦੀ ਡਿਵੀਜ਼ਨ ਕੰਟੀਨੈਂਟਸ ਦੇ ਰੂਪ ਦੇ ਵਿੱਚ ਅੱਜ ਹੈ ਦੀਪ। ਸਪਤ ਸਾਗਰਾ 7 ਸਮੁੰਦਰ ਨੇ, 7 ਸਮੁੰਦਰ ਪਾਰ। ਨਵਖੰਡ ਕਿ 9 ਖੰਡਾਂ 'ਚ ਧਰਤੀ ਵੰਡੀ ਹੋਈ ਹੈ। 9 ਖੰਡ ਪ੍ਰਿਥਵੀ ਸੱਚਾ ਢੋਆ ਗੁਰਮੁਖ ਕਾਲ ਵਿੱਚ ਪ੍ਰਗਟ ਹੋਇਆ ਕਿ ਇਸ ਧਰਤੀ ਦੇ ਉੱਤੇ 7 ਉਹਦੇ ਕੰਟੀਨੈਂਟ ਨੇ, 7 ਸਮੁੰਦਰ ਨੇ, 9 ਖੰਡ ਨੇ, 4 ਵੇਦ, 4 ਵੇਦ ਨੇ ਸ਼ਾਮ ਰਿਗ ਯਜੁਰ ਅਥਰਵ, 10 ਅਸ਼ਟ ਪੁਰਾਣਾ। 10 ਅਸ਼ਟ ਹੈ 10 ਤੇ 8 18, ਔਰ ਹਿੰਦੂਆਂ ਦੇ ਪੁਰਾਣਾਂ ਦੀ ਗਿਣਤੀ 18, ਹੁਣ ਤਾਂ ਪਤਾ ਨਹੀਂ ਜ਼ਿਆਦਾ ਵਧਾਤੀ ਹੋਣੀ। ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਪਾਣਾ। ਉਹ ਵਾਹਿਗੁਰੂ ਇਹਨਾਂ ਸਾਰੇ ਹੀ ਕੰਟੀਨੈਂਟ ਸਮੁੰਦਰਾਂ ਦੇ ਵਿੱਚ, ਖੰਡਾਂ 'ਚ ਔਰ ਇਹਨਾਂ ਸਾਰੀਆਂ ਧਾਰਮਿਕ ਕਿਤਾਬਾਂ ਦੇ ਵਿੱਚ ਵੀ ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਭਾਣਾ। ਤੇਰਾ ਭਾਣਾ ਹੀ ਸਾਰੇ ਪਾਸੇ ਹੈ ਸਭ ਤੁਝੇ ਧਿਆਵੇਂ ਜੀ ਜੰਤ ਹਰ ਸਾਰੰਗ ਪਾਣਾ। ਕਿ ਉਹ ਵਾਹਿਗੁਰੂ ਜਿਹਦੇ ਹੱਥ 'ਚ ਧਨੁਸ਼ ਬਾਣ ਫੜਿਆ ਹੋਇਆ, ਸਾਰੰਗ ਕਹਿੰਦੇ ਨੇ ਧਨੁਸ਼ ਨੂੰ, ਕਿ ਭਾਈ ਤੂੰ ਸਾਰਿਆਂ ਦੇ ਵਿੱਚ ਹੀ ਹੈ। ਕੋਈ ਐਸਾ ਜੀਵ ਜੰਤੂ ਜਿਹੜਾ ਉਹ ਨਿਰਜਿੰਦ ਜਾਂ ਸਜਿੰਦ ਨਹੀਂ ਹੈ ਧਰਤੀ ਜਿਹਦੇ ਤੇ ਤੇਰੀ ਪ੍ਰੈਜ਼ੈਂਸ ਨਾ ਹੋਏ। ਜੋ ਗੁਰਮੁਖ ਹਰ ਅਰਾਧ ਦੇ ਤਿੰਨ ਹੋਂ ਕੁਰਬਾਨਾ। ਉਹਨਾਂ ਨੇ ਕਿਹਾ ਕਿ ਭਾਈ ਮੈਂ ਉਹਨਾਂ ਤੋਂ ਕੁਰਬਾਨ ਹੈ ਜਿਹੜੇ ਇਹ ਵਾਹਿਗੁਰੂ ਤੇਰੀ ਆਰਾਧਨਾ ਦੇ ਵਿੱਚ ਜੁੜੇ ਹੋਏ ਨੇ। ਤੂੰ ਆਪੇ ਆਪ ਵਰਤਦਾ ਕਰ ਚੋਜ ਵਡਾਣਾ। ਹੇ ਵਾਹਿਗੁਰੂ ਤੂੰ ਆਪ ਹੀ ਆਲ ਪ੍ਰਵੇਡਿੰਗ ਹੈ। ਔਰ ਇਹ ਜਿਹੜੀ ਸਾਰੀ ਕਾਇਨਾਤ ਦੇ ਵਿੱਚ ਇਹ ਧਰਤੀ ਔਰ ਧਰਤੀ ਦੇ ਉੱਤੇ ਰਚਨਾ ਲਾਈਫ ਹੈ, ਇਹ ਤੇਰੇ ਚੋਜ ਨੇ। ਹੁਣ ਚੋਜ ਕੌਤਕ ਵੀ ਨੇ, ਚੋਜ ਮੌਜ ਚੋਂ ਵੀ ਨੇ, ਉਸ ਰੱਬ ਦਾ ਜਿਹੜਾ ਉਸ ਭਾਣੇ ਦੇ ਵਿੱਚ ਵੀ ਨੇ। ਔਰ ਇਹੀ ਹੈ ਜਦੋਂ ਅਸੀਂ ਹਿਊਮਨ ਸਿਵਲਾਈਜੇਸ਼ਨਸ ਦੀ ਵੀ ਗੱਲ ਕਰਦੇ ਹਾਂ ਕਿ ਕਿੰਨੀਆਂ ਹੋਈਆਂ, ਕਿੰਨੀਆਂ ਚਲੀਆਂ ਗਈਆਂ। ਕਦੇ ਸਮੁੰਦਰ ਉੱਪਰ ਆ ਗਿਆ, ਉਹਨੇ ਲੈਵਲ ਕਰ ਦਿੱਤਾ, ਕਦੇ ਕੋਈ ਬਿਮਾਰੀ ਨੇ ਸਾਫ਼ ਕਰਤੇ, ਕਦੇ ਕੋਈ ਹੋਰ ਹੋਇਆ। ਤੇ ਇਹਨੂੰ ਵੀ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਇਹ ਕਈ ਵਾਰ ਪਸਰਿਓ ਪਾਸਾਰਾ, ਕਈ ਵਾਰ ਇਹ ਪਸਾਰਾ ਪਸਰਦਾ ਤੇ ਫਿਰ ਖੇਲ ਸੰਕੋਚੈ ਤਾਂ ਨਾਨਕ ਇੱਕ ਹੈ। ਕਦੇ ਇਹ ਖੇਲ ਜਿਹੜਾ ਉਸ ਨੂੰ ਖਿਲਾਰ ਦਿੰਦਾ, ਕਦੇ ਉਹਨੂੰ ਸੰਕੋਚ ਲੈਂਦਾ ਹੈ। ਕਦੇ ਜਬ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਧਰ ਸਾਵੇਂ। ਉਦਕਰਖ ਤੇ ਆਕਰਖ ਆਪੋਜ਼ਿਟ, ਜੋੜਨਾ ਔਰ ਖਾਲੀ ਕਰਨਾ। ਪਰ ਅਲਟੀਮੇਟ ਜਿਹੜਾ ਇਸ ਦਾ ਕੇਂਦਰੀ ਭਾਵ ਉਹ ਇਹੀ ਹੈ ਕਿ ਉਸ ਵਾਹਿਗੁਰੂ ਦੀ ਹਜ਼ੂਰ 'ਚ ਰਹਿਣਾ, ਉਹਨੂੰ ਹਾਜ਼ਰ ਨਾਜ਼ਰ ਸਮਝਣਾ। ਉਹ ਸਾਥੋਂ ਕਦੇ ਵੀ ਦੂਰ ਨਹੀਂ ਹੈ, ਉਹ ਸਾਡੇ ਨਾਲ ਹੈ, ਸਾਡੇ ਅੰਦਰ ਹੈ। ਜਤ ਦੇਖਾਂ ਤਤ ਤੂੰ ਹੈ, ਹਰ ਇੱਕ ਦੇ ਵਿੱਚ ਉਹ ਵਰਤਦਾ ਹੈ। ਔਰ ਇੱਕ ਪਿਤਾ ਇੱਕ ਇਸਕੇ ਹਮ ਬਾਰਕ, ਅਸੀਂ ਸਾਰੇ ਉਸ ਵਾਹਿਗੁਰੂ ਦੇ ਬੱਚੇ ਬੱਚੀਆਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਂਦੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਫਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।